जी बिस्मिल्लाहिर्रहमानिर्रहीम। मैं नाज़रीन कराम तुहाडा होस्ट सगीर अहमद सगीर। मैं सानू अज बहुत ही प्यारे दोस्त सोहेल अख्तर साहब दस्तयाब हो गए, सानू बल्कि लभ गए, हत्थी आ गए साडे। और इन्हां दा ताल्लुक तो वैसे सरगोदा नाल है, बल्कि सरगोदा दी तहसील है मेरे ख्याल है बुलवाल। जी बलवाल हाँ जी, बलवाल तहसील और बलवाल दे नाल कोट मोमन है। हाँ जी बिल्कुल बिल्कुल 10 कोट, 12 हाँ जी किलोमीटर। कोट मोमिन दा इन्हां दा ताल्लुक है। ते वैसे हुंदे ने स्वीडन ਦਿਆਰ ਗੈਰ ਦੇ ਵਿੱਚ ਰਹਿ ਕੇ ਤੇ ਆਪਣੀ ਮਾਂ ਬੋਲੀ ਦੇ ਨਾਲ ਕਿਤਨੀ ਇਹ ਮੁਹੱਬਤ ਕਰਦੇ ਨੇ, ਔਰ ਉਹਨੂੰ ਜ਼ਿੰਦਾ ਰੱਖਣ ਵਾਸਤੇ, ਉਹਦੀ ਪ੍ਰੋਲੀਫਰੇਸ਼ਨ ਵਾਸਤੇ, ਉਹਦੇ ਵਾਧੇ ਵਾਸਤੇ ਕਿਤਨੇ ਕੰਮ ਕਰਦੇ ਨੇ। ਮੈਂ ਚਾਹਨਾ ਕਿ ਜਨਾਬ ਸੁਹੇਲ ਭਾਈ ਜਿਹੜੇ ਉਹ ਖੁਦ ਉਹਦੇ ਬਾਰੇ ਦੱਸਣਗੇ ਇਹ ਕੀ ਇਹਨਾਂ ਦਾ ਉੱਥੇ ਇਸ ਹਵਾਲੇ ਨਾਲ ਇਹਨਾਂ ਦੀ ਕੋਸ਼ਿਸ਼ਾਂ ਕਿਤਨੀਆਂ ਔਰ ਕਿਤਨਾ ਉਹਨਾਂ ਕੋਸ਼ਿਸ਼ਾਂ ਦਾ ਜਿਹੜਾ ਹੈ ਨਾ ਫਾਇਦਾ ਹੋਇਆ। ਇਹ ਸਭ ਤੋਂ ਪਹਿਲੇ ਡਾਕਟਰ ਸਾਹਿਬ ਦਾ ਮੈਂ ਜਿਹੜਾ ਹੈ ਨਾ ਜ਼ਾਤੀ ਤੌਰ ਤੇ ਬਹੁਤ ਵੱਡਾ ਫੈਨ ਹਾਂ। ਉਹਦੀ ਦੋ ਗੱਲਾਂ ਹਨ। ਇੱਕ ਤੇ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਜਿਹੜੀ ਪੰਜਾਬੀ ਬੋਲਦੇ ਹਾਂ ਨਾ, ਅਸੀਂ ਜਿਹੜੇ ਵੀ ਪੰਜਾਬੀ ਬੋਲਦੇ ਹਾਂ ਅਸੀਂ ਮਿਕਸ ਕਰ ਦਿੰਦੇ ਹਾਂ, ਲਹਿਜਿਆਂ ਨੂੰ ਮਿਕਸ ਕਰ ਦਿੰਦੇ ਹਾਂ। ਹੁਣ ਅਸੀਂ ਆਪਣੀ ਆਪਣੀ ਥਾਂ 'ਤੇ ਅਸੀਂ ਮੁਖਤਲਿਫ ਇਲਾਕਿਆਂ ਤੋਂ ਤਲਕ ਰੱਖਦੇ ਹਾਂ, ਪਰ ਜਿਹੜੇ ਅਸੀਂ ਪੰਜਾਬੀ ਬੋਲਣ 'ਤੇ ਆਉਂਦੇ ਹਾਂ ਅਸੀਂ ਲੋਰੀ ਔਰ ਲੋਰੀ ਦੇ ਨਾਲ ਸਾਰਾ ਕੁਝ ਜੋੜ ਦਿੰਦੇ ਹਾਂ। ਡਾਕਟਰ ਸਾਹਿਬ ਦੀ ਜਿਹੜੀ ਸ਼ਾਇਰੀ ਹੈ ਜਿਹੜੇ ਪੜ੍ਹਦੇ ਨੇ ਇਹ ਆਪਣੇ ਇਲਾਕੇ ਦੀ ਔਰ ਆਪਣੇ ਲਫ਼ਜ਼ਾਂ ਜਿਹੜਾ ਹੈ ਨਾ ਉਹ ਨੱਪ ਕੇ ਰੱਖਦੇ ਨੇ ਤੇ ਔਰ ਸਹੀ ਤੁੰਨ ਕੇ ਬੋਲਦੇ ਹਨ, ਜਿਹਦੀ ਵਜ੍ਹਾ ਨਾਲ ਪੂਰੇ ਸਵੀਡਨ ਦੇ ਵਿੱਚ ਡਾਕਟਰ ਸਾਹਿਬ ਦੇ ਜਿਹੜੇ ਬੜੇ ਫੈਨ ਹਨ। ਅੱਛਾ, ਇਹ ਵਜ੍ਹਾ ਹੈ ਕਿ ਮੈਂ ਡਾਕਟਰ ਸਾਹਿਬ ਨੂੰ ਆਖਿਆ ਕਿ ਡਾਕਟਰ ਸਾਹਿਬ ਮੈਂ ਪਾਕਿਸਤਾਨ ਹੋਣਾ ਮੈਂ ਤੁਹਾਨੂੰ ਲਾਜ਼ਮੀ ਮਿਲਣਾ ਹੈ, ਭਾਵੇਂ ਜੇ ਕੋਈ ਮਰਜ਼ੀ ਹੋ ਮੈਨੂੰ। ਸਵੀਡਨ ਦੇ ਵਿੱਚ ਡਾਕਟਰ ਸਾਹਿਬ ਅਸੀਂ ਸ਼ੁਰੂ ਕੀਤਾ 2010 ਦੇ ਵਿੱਚ, ਜਿਲੇ ਨਵਾਂ YouTube ਆਇਆ ਸੀ, ਪ੍ਰੋਗਰਾਮ ਸ਼ੁਰੂ ਕੀਤਾ ਪੰਜਾਬੀ ਟਾਕ। ਅੱਛਾ, ਸਾਡਾ ਇੱਕ ਸੱਜਣ ਹੈ ਫਰੂਕ, ਉਹ ਉਕਾੜੇ ਦੇ ਰਹਿਣ ਵਾਲੇ। ਅਸੀਂ ਕਰੈਕਟਰ ਮਲਕ ਤੇ ਮਲੰਗੀ ਦਾ ਕਰੈਕਟਰ ਬਣਾਇਆ। ਅੱਛਾ, ਤੇ ਉਹਦੇ ਵਿੱਚ ਅਸੀਂ ਜਿਹੜੇ ਗੱਲਾਂ ਕਰੀਏ ਨਾ ਬੈਠੀਏ ਕੋਈ ਅਸੀਂ ਕਾਫੀ ਐਪੀਸੋਡ ਰਿਕਾਰਡ ਕੀਤੀਆਂ ਤੇ ਉਹਦੇ ਮੂੰਹ ਦੇ ਵਿੱਚੋਂ ਗਾਲਾਂ ਨਿਕਲ ਆਈਆਂ। ਅੱਛਾ, ਗੱਲਾਂ ਦੇ ਵਿੱਚ। ਅੱਛਾ, ਇਹ ਔਨ 에ਅਰ ਹੁੰਦਾ, ਲੋਕ ਪਸੰਦ ਕਰਨ, ਬੜਾ ਪਸੰਦ, ਪਰ ਉਹ ਬਹੁਤ ਜ਼ਿਆਦਾ ਨਹੀਂ, ਬੜੀਆਂ ਨਿੱਕੀਆਂ ਨਿੱਕੀਆਂ। ਅੱਛਾ, ਤੇ ਉਹ ਇੱਕ ਸਿਲਸਿਲਾ ਚੱਲਦਾ ਗਿਆ 2 ਸਾਲ ਲੱਗੇ ਨਾ, ਤੇ ਸਾਡੇ ਵਿਆਹ ਜਿਹੜੇ ਹੋ ਗਏ ਤੇ ਇੱਕ ਦਿਨ ਅਸੀਂ ਬੈਠੇ ਸੀ ਕਿ ਯਾਰ ਇਹ ਜਿਹੜੀਆਂ ਰਿਕਾਰਡਿੰਗ ਜਿਤਨੀਆਂ ਕੀਤੀਆਂ ਨੇ ਡਿਲੀਟ ਕਰਨੀਆਂ। ਅੱਛਾ, ਇਹ ਚੰਗੀ ਗੱਲ ਨਹੀਂ ਹੈ ਕਿ ਕੋਈ ਸੁਣਦਾ ਹੈ। ਇੱਥੇ ਤੇ ਬੜੇ ਹਿੱਟ ਹਨ, ਸਾਡੀ ਲੈਂਗੁਏਜ ਵੀ ਇਹ ਵਜ ਗਈ ਹੈ, ਪਰ ਹਲੇ ਦੀ ਇੱਕ ਲੈਵਲ ਦੇ ਉੱਤੇ ਆ ਸੋਚ ਹੁੰਦੀ ਹੈ ਕਿ ਪ੍ਰਮੋਸ਼ਨ ਗਲਤ ਨਾ ਹੋ ਬਣ ਜਾਏ। ਉਹ ਕੋਈ ਬਹੁਤ ਗੰਦੀਆਂ ਨਹੀਂ ਹੁੰਦਾ ਨਾ, ਜਿਸ ਤਰ੍ਹਾਂ ਸਾਡੇ ਪਿੰਡਾਂ 'ਚ 2 ਬੰਦੇ ਬੈਠੇ ਹੁੰਦੇ ਨੇ ਬਜ਼ੁਰਗ ਤੇ ਕੋਈ ਮੂੰਹ 'ਚ ਨਿਕਲ ਆਉਂਦੀ, ਅਸੀਂ ਉਹ ਸਾਰੀਆਂ ਡਿਲੀਟ ਕਰ ਦਿੱਤੀਆਂ। ਦੁਬਾਰਾ ਅਸੀਂ ਪੰਜਾਬੀ ਟਾਕ ਨੂੰ ਦੁਬਾਰਾ ਸ਼ੁਰੂ ਕੀਤਾ, ਲੇਕਿਨ ਉਹਦਾ ਸ਼ਾਇਰੀ ਪੜ੍ਹਨ ਤੋਂ ਕੀਤਾ ਕਿ ਕਿਸੇ ਵੀ ਸ਼ਾਇਰ ਨੂੰ ਨੱਪਣਾ, ਉਹਦੀ ਕਲਾਮ ਸੁਣਾਉਣਾ ਔਰ ਉਹਦੇ 'ਤੇ ਡਿਸਕਸ ਕਰਨਾ ਔਰ ਛੋੜ ਦੇਣਾ। ਇੱਕ ਤਾਂ ਅਸੀਂ ਇਹ ਸ਼ੁਰੂ ਕੀਤਾ ਪੰਜਾਬੀ ਟਾਕ ਦੇ ਨਾਂ ਤੋਂ। ਦੂਜਾ ਫਿਰ ਅਸੀਂ ਇਸ ਸਿਲਸਿਲੇ ਨੂੰ ਵਧਾਇਆ ਇਸ ਤਰ੍ਹਾਂ ਕਿ ਅਸੀਂ ਨਾ ਲਾਈਵ ਸ਼ਾਇਰਾਂ ਜਿਹੜਾ ਨਾ ਜਿਨ੍ਹਾਂ ਦੀ ਸ਼ਾਇਰੀ ਇੰਤਹਾਈ ਸੋਹਣੀ ਆਈ, ਔਰ ਮੇਰਾ ਆਪਣਾ ਜ਼ਾਤੀ ਖਿਆਲ ਹੈ ਕਿ ਸਗੀਰ ਬਾਈ ਜੇ ਸ਼ਾਇਰਾਂ ਦੇ ਤੇ ਜਿਤਨੇ ਪੰਜਾਬ ਦੇ ਸ਼ਾਇਰ ਇਹਨਾਂ ਦਾ ਹੱਕ ਹੈ, ਪੰਜਾਬੀਆਂ ਦਾ ਨਹੀਂ ਹੈ, ਪੂਰੀ ਦੁਨੀਆ ਦੇ ਪੰਜਾਬੀਆਂ ਦਾ ਤੁਹਾਡੀ ਸ਼ਾਇਰੀ ਦੇ ਉੱਤੇ। ਅਸੀਂ ਫਿਰ ਇਹਨਾਂ ਲਾਈਵ ਲਿਆ, ਅਸੀਂ ਸ਼ਾਇਰੀ ਜਿਹੜੀ ਆ ਯੂਰਪ ਦੇ ਵਿੱਚ ਸਾਨੂੰ ਲਾਈਵ ਲੋਕਾਂ ਤੱਕ ਲੈ ਕੇ ਆਏ, ਤੇ ਉਹ ਕਰਦਿਆਂ ਸਿਲਸਿਲਾ ਇਤਨਾ ਚੰਗਾ ਹੋ ਗਿਆ ਕਿ ਹੁਣ ਉਹ ਯੂਰਪ ਦੇ ਵਿੱਚ ਜਿਹੜਾ ਨਾ, ਖਾਸ ਤੌਰ 'ਤੇ ਸਵੀਡਨ ਦੇ ਵਿੱਚ, ਇਹ ਤੁਹਾਡੇ ਇੱਥੇ ਰਹਿਣ ਵਾਲੇ ਵਜੇ ਸ਼ਾਇਰਾਂ ਦੀ ਮੁਹੱਬਤ ਹੈ ਕਿ ਸਵੀਡਨ ਦੇ ਵਿੱਚ ਪੰਜਾਬੀ ਦੇ ਹਵਾਲੇ ਦੇ ਨਾਲ ਮੇਰਾ ਨਾਂ ਜਿਹੜਾ ਨਾ ਉਹ ਹੁਣ ਜਾਣਿਆ ਜਾਂਦਾ ਹੈ। ਤੇ ਜਿਤਨੇ ਉੱਥੋਂ ਦੇ ਰਾਈਟਰ ਹਨ ਜਾਂ ਲਿਖਣ ਵਾਲੇ ਲਿਖਾਰੀ ਹਨ, ਉਹ ਜਿਹੜੇ ਵੀ ਕੋਈ ਪੰਜਾਬੀ ਸ਼ਾਇਰ ਲਿਖਦੇ ਨੇ ਨਾ, ਉਹ ਫਿਰ ਮੈਨੂੰ ਕਰਦੇ ਨੇ ਪਹਿਲੇ। ਅੱਛਾ, ਕਹਿੰਦੇ ਨੇ ਯਾਰ ਤੂੰ ਪੰਜਾਬੀ ਲਈ ਕੰਮ ਕਰਦਾ ਤਾਂ ਅਸੀਂ ਇੱਕ ਕਾਪੀ ਜਿਹੜੀ ਹੈ ਨਾ ਤੇਰੀ ਤਰਫ ਭੇਜਦੇ ਹਾਂ। ਇਸ ਤਰ੍ਹਾਂ। ਅੱਛਾ, ਇਹ ਤੂੰ ਹੋਰ ਵੀ ਢੇਰ ਸਾਰੇ ਲੋਕਾਂ ਨੂੰ ਲਾਈਵ ਤੁਸੀਂ ਲੈ ਆਈ ਨਾ। ਜੀ ਉਹਨਾਂ ਦੇ ਵੀ ਤਰ੍ਹਾਂ ਦੱਸੋ, ਉਹਨਾਂ ਦੇ ਬਾਰੇ 'ਚ ਵੀ ਦੱਸੋ ਤਾਂ ਕਿ ਨਾਜ਼ਰੀਨ ਨੂੰ ਪਤਾ। ਮੈਂ ਜਿਹੜਾ ਨਾ ਤੁਹਾਨੂੰ ਪਹਿਲੇ ਤਾਂ ਦੱਸਾਂ ਕਿ ਇਹਨਾਂ ਦੀ ਇੱਕ ਬੜੀ ਮਸ਼ਹੂਰ ਨਜ਼ਮ ਆਈ, ਤੁਸੀਂ ਉਸ ਨੂੰ ਗਜ਼ਲ ਇਹਦੇ ਵਾਸਤੇ ਨਹੀਂ ਆਖ ਸਕਦੇ ਕਿ ਉਹ ਇੱਕ ਸਿਚੁਏਸ਼ਨ ਦੇ ਵਿੱਚ ਆਈ। ਉਹ ਮਾਂ ਉਹਦੇ 'ਚ ਮਾਂ ਦੇ ਬਾਰੇ। ਹਾਂਜੀ, ਅਗਰ ਤੁਹਾਨੂੰ ਇੱਕ ਮਿਸਰਾ ਯਾਦ ਹੋਏ ਤਾਂ ਮੁੱਕ ਗਈਆਂ ਨੇ ਸਾਵਾਂ ਹਾਂ ਰਹਿ ਗਈਆਂ, ਯਾਦਾਂ ਚੱਕਦਿਆਂ ਬਾਹਾਂ ਰਹਿ ਗਈਆਂ। ਇਹ ਇਹਨਾਂ ਦੀ ਦੂਜੀ ਇਹ ਅਸੀਂ ਪੜ੍ਹੀ ਆਈ, ਅਸੀਂ ਇਹਦੇ 'ਤੇ ਡਿਸਕਸ ਕੀਤਾ, ਇਹਨਾਂ ਨੂੰ ਫਿਰ ਅਸੀਂ ਇੰਟਰਨੈਟ ਤੋਂ ਢੂੰਢ ਕੇ ਜਨਾਬ ਇਹਨਾਂ ਨੇ ਲਾਈਵ ਲਿਆ ਤੇ ਪ੍ਰੋਗਰਾਮ ਕੀਤਾ। ਉਸ ਤੋਂ ਬਾਅਦ ਪ੍ਰੋਗਰਾਮਾਂ ਦਾ ਨਾ ਸਿਲਸਿਲਾ ਸ਼ੁਰੂ ਹੋ ਗਿਆ। ਉਹਦੇ ਵਿੱਚ ਅਸੀਂ ਫਿਰ
ਇੱਥੋਂ ਦੇ ਪੰਜਾਬੀ ਸੰਗਤ ਦੇ ਮੁਸ਼ਤਾਕ ਕਮਰ ਸਾਹਿਬ ਨੂੰ ਲਿਆ, ਸਗੀਰ ਤਬਸਮ ਸਾਹਿਬ ਨੂੰ ਲਿਆ, ਅਰਸ਼ਾਦ ਸੰਧੂ ਸਾਹਿਬ ਨੂੰ ਲਿਆ, ਆਜ਼ਮ ਮਲਕ ਸਾਹਿਬ। ਇੱਕ ਸਿਲਸਿਲਾ ਸ਼ੁਰੂ ਹੋ ਗਿਆ ਸੀ, ਫਿਰ ਢੇਰ ਸਾਰੇ ਪੰਜਾਬੀ ਜਿਹੜੇ ਸ਼ੋਰਾ ਹਨ ਉਹਨਾਂ ਨੂੰ ਉਸ ਪ੍ਰੋਗਰਾਮ 'ਚ ਲਿਆ ਤੇ ਉਹ ਬੜੇ ਸਕਸੈਸਫੁਲ ਪ੍ਰੋਗਰਾਮ ਬਾਬਾ ਹੋਏ। ਨਜਮੀ ਨੂੰ ਵੀ ਲਿਆ ਹੈ। ਬਾਬਾ ਨਜਮੀ ਸਾਹਿਬ ਤੱਕ ਜਿਹੜਾ ਨਾ, ਬਾਬਾ ਨਜਮੀ ਦੇ ਨਾਲ 2 ਦਫਾ ਗੱਲ ਹੋ ਚੁੱਕੀ ਹੈ ਸਾਡੀ, ਲੇਕਿਨ ਬਾਬਾ ਨਜਮੀ ਦੇ ਨਾਲ ਫਿਕਸ ਨਹੀਂ ਹੋ ਸਕਿਆ। ਉਹਨਾਂ ਦੇ ਭਤੀਜਾ ਜਿਹੜਾ ਅਗਰ ਸੁਣ ਰਿਹਾ ਹੋਏਗਾ ਤਾਂ ਉਹ ਮੈਨੂੰ ਆਖਦਾ ਹੈ ਕਿ ਜਿਹੜੇ ਪਾਕਿਸਤਾਨ ਹੋਣਾ ਤਾਂ ਤੁਸੀਂ ਮੈਨੂੰ ਲਾਜ਼ਮੀ ਮਿਲਣਾ ਹੈ। ਉਹ ਕੈਨੇਡਾ ਟੁਰ ਗਿਆ ਹੈ, ਲੇਕਿਨ ਅਸੀਂ ਬਾਕੀ ਤਕਰੀਬਨ ਜਿਹੜੇ ਹਨ ਨਾ ਕਾਫੀ ਅੱਛੇ ਵੱਡੇ ਸ਼ਾਇਰਾਂ ਜਿਹੜੇ ਨਾ ਉਹ ਮੈਂ ਉਹਨਾਂ ਨੂੰ ਉਹ ਪ੍ਰੋਗਰਾਮ 'ਚ ਬੁਲਾਇਆ ਵੀ, ਔਰ ਬੜੇ ਅੱਛੇ ਪ੍ਰੋਗਰਾਮ ਕੀਤੇ। ਫਿਰ ਅਸੀਂ ਇਹਨਾਂ ਦੇ ਹੀ ਜਿਹੜੇ ਤੁਸੀਂ 20-25 ਲੋਕ ਆਏ, ਮੈਂ ਇਹਨਾਂ ਹੀ ਦੀਆਂ ਜਿਹੜੀਆਂ ਪੜ੍ਹੀਆਂ ਨਜ਼ਮਾਂ ਜਿਹੜੀਆਂ ਜਾਂ ਗਜ਼ਲਾਂ ਪੜ੍ਹੀਆਂ, ਉਹਨਾਂ ਦੇ ਵਿੱਚੋਂ ਅਸੀਂ ਇੱਕ ਸੋਚਿਆ ਕਿ ਹੁਣ ਇਹਨਾਂ ਨੂੰ ਟ੍ਰਿਬਿਊਟ ਪੇਸ਼ ਕਰਨਾ ਚਾਹੀਦਾ ਹੈ। ਤੇ ਕਿਉਂਕਿ ਜਿਹੜੀਆਂ ਇਹਨਾਂ ਨਜ਼ਮਾਂ, ਜਿਸ ਬੰਦੇ ਵੀ ਤੁਸੀਂ ਵੀ ਜਿਹੜੀ ਨਜ਼ਮ ਸੁਣਾਈ ਹੈ, ਇਹ ਵਨ ਆਫ ਬੈਸਟ ਹੋਣੀ ਹੈ ਤੁਹਾਡੀ। ਤੇ ਅਸੀਂ ਉਹਦੇ ਉੱਤੇ ਮੈਂ ਇੱਕ ਕਿਤਾਬ ਸ਼ੁਰੂ ਕੀਤੀ ਹੈ, ਇੱਕ ਨਜ਼ਮ ਇੱਕ ਅਫਸਾਨਾ। ਕਿਤਾਬ ਦਾ ਟਾਈਟਲ ਚੇਂਜ ਹੋ ਸਕਦਾ ਹੈ ਅਜੇ ਵੀ, ਕਿਉਂਕਿ ਇਹਦੇ 'ਚ ਉਰਦੂ ਦੀ ਮੈਨੂੰ ਝਲਕ ਨਜ਼ਰ ਆ ਰਹੀ ਹੈ, ਲੇਕਿਨ ਉਹ ਤੁਹਾਡੇ ਜੇ ਭਰਾਵਾਂ ਦੇ ਨਾਲ ਬਹਿ ਕੇ ਅਸੀਂ ਡਿਸਕਸ ਕਰਾਂਗੇ ਕਿ ਇਹਦਾ ਕੀ ਟਾਈਟਲ ਹੋਣਾ ਚਾਹੀਦਾ। ਬਹਰਹਾਲ ਨਜ਼ਮਾਂ ਅਫਸਾਨੇ ਦੀ ਸ਼ਕਲ ਦੇਣ ਦੀ ਮੇਰੀ ਹੁਣ ਕੋਸ਼ਿਸ਼ ਹੈ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਔਰ ਤੁਸੀਂ ਉੱਥੇ ਬਹਿ ਕੇ ਜਨਾਬ ਮਾਂ ਬੋਲੀ ਨਾਲ ਤੁਸੀਂ ਕਰਾਂਦੇ ਪਿਓ, ਉਹਦੀ ਖਿਦਮਤ ਕਰਾਂਦੇ ਪਿਓ, ਸੇਵਾ ਕਰਾਂਦੇ ਪਿਓ, ਇਹਦੇ 'ਚ ਅੱਲਾਹ ਤਾਲਾ ਬਰਕਤ ਅਤਾ ਫਰਮਾਏ। ਨਹੀਂ ਤਾਂ ਆਮ ਤੌਰ 'ਤੇ ਇੰਝ ਹੁੰਦਾ ਹੈ ਕਿ ਬੰਦੇ ਜਿਹੜੇ ਬਾਹਰ ਚਲੇ ਜਾਂਦੇ ਨੇ ਉਹਨਾਂ ਨੂੰ ਆਪਦਾ ਇਲਾਕਾ ਭੁੱਲ ਜਾਂਦਾ ਹੈ, ਇਹ ਬੋਲੀ ਭੁੱਲ ਜਾਂਦੀ ਹੈ, ਉੱਥੇ ਜਾ ਕੇ ਰਾਜ ਪਾਸ ਜਾਂਦਾ। ਲੇਕਿਨ ਤੁਸੀਂ ਆਪਣੇ ਉੱਥੇ ਆਇਡੈਂਟਿਟੀ ਰੱਖੀਏ, ਉੱਥੇ ਆਪਣੀ ਸ਼ਨਾਖਤ ਰੱਖੀਏ, ਇਹ ਇਸ ਵਾਸਤੇ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਔਰ ਦੁਆ ਕਰਨਾ ਕਿ ਅੱਲਾਹ ताला ਤੁਹਾਨੂੰ ਇਸ मिशन ਵਿੱਚ कामयाब करे। बहुत शुक्रिया, बहुत शुक्रिया, बहुत शुक्रिया, बहुत शुक्रिया। काटवाद दी करनी पौसी। हाँ जी, ये तुसी बड़े आराम